ਤ੍ਰਿੰਜਣ। ਵਾਰਿਸ ਸ਼ਾਹ ਤੇ ਉਹਨਾਂ ਦੀ ਹੀਰ ਦਾ ਇੱਕ ਮੁਖਤਸਰ ਜਿਹਾ ਤਾਰੁਫ। ਆਵਾਜ਼ੋ ਪੇਸ਼ਕਸ਼ ਇਲਿਆਸ ਗੋਂਦਲ। ਸੈयद ਵਾਰਿਸ ਸ਼ਾਹ। ਸੈयद ਵਾਰਿਸ ਸ਼ਾਹ ਜੰਡਿਆਲਾ ਸ਼ੇਰ ਖਾਨ ਜ਼ਿਲ੍ਹਾ ਗੁਜਰਾਂਵਾਲਾ, ਜੋ ਕਿ ਮੌਜੂਦਾ ਜ਼ਿਲ੍ਹਾ ਸ਼ੇਖੂਪੁਰਾ ਹੈ, ਉੱਥੇ ਸੈयद ਗੁਲਸ਼ੇਰ ਸ਼ਾਹ ਹੋਰਾਂ ਦੇ ਘਰ ਪੈਦਾ ਹੋਏ। ਬਾਜ਼ ਲੋਕਾਂ ਨੇ ਆਪ ਦੇ ਵਾਲਦ ਦਾ ਨਾਮ ਕੁਤਬ ਸ਼ਾਹ ਲਿਖਿਆ ਹੈ, ਜੋ ਕਿ ਗਲਤ ਹੈ। ਵਾਰਿਸ ਸ਼ਾਹ ਦੇ ਸਵਾਨੇ ਨਗਾਰਾਂ ਦੇ ਬਿਆਨਾਂ ਤੋਂ ਮਾਲੂਮ ਹੁੰਦਾ ਹੈ ਕਿ ਆਪ 1114 ਹਿਜਰੀ ਬਮੁਤਾਬਕ ਸਨ 1702 ਈਸਵੀ ਤੋਂ 1150 ਹਿਜਰੀ ਬਮੁਤਾਬਕ 1738 ਈਸਵੀ ਦੇ ਦੌਰਾਨ ਕਿਸੇ ਸਾਲ ਪੈਦਾ ਹੋਏ। ਪ੍ਰੋਫੈਸਰ ਹਫੀਜ਼ ਤਾਇਬ ਹੋਰਾਂ ਦਾ ਖਿਆਲ ਹੈ ਕਿ ਵਾਰਿਸ ਸ਼ਾਹ ਨੇ ਕਸੀਦਾ ਬੁਰਦਾ ਸ਼ਰੀਫ ਦਾ ਮੰਜ਼ੂਮ ਪੰਜਾਬੀ ਤਰਜਮਾ 1152 ਹਿਜਰੀ ਵਿੱਚ ਕੀਤਾ ਸੀ ਤੇ ਉਸ ਵੇਲੇ ਆਪ ਦੀ ਉਮਰ ਅੰਦਾਜ਼ਨ 30 ਕੁ ਸਾਲ ਹੋਏ ਦੀ। ਇਸ ਲਿਹਾਜ਼ ਨਾਲ ਵਾਰਿਸ ਸ਼ਾਹ ਦਾ ਸਨ ਪੈਦਾਇਸ਼ 1122 ਹਿਜਰੀ ਬਮੁਤਾਬਕ ਸਨ 1710 ਈਸਵੀ ਬਣਦਾ ਹੈ। ਮੁਹੱਕਿਕੀਨ ਦਾ ਖਿਆਲ ਹੈ ਕਿ ਆਪ 1199 ਹਿਜਰੀ ਬਮੁਤਾਬਕ 1784 ਜਾਂ 85 ਈਸਵੀ ਤੋਂ 1223 ਹਿਜਰੀ ਬਮੁਤਾਬਕ 1808 ਈਸਵੀ ਦੇ ਦੌਰਾਨ ਫੌਤ ਹੋਏ। ਵਾਰਿਸ ਸ਼ਾਹ ਨੇ ਆਪਣੀ ਇਬਤਦਾਈ ਤਾਲੀਮ ਆਪਣੇ ਪਿੰਡ ਵਿੱਚ ਹੀ ਹਾਸਲ ਕੀਤੀ। ਉਸ ਤੋਂ ਬਾਅਦ ਆਪ ਕਸੂਰ ਚਲੇ ਗਏ ਤੇ ਉੱਥੇ ਹਾਫਿਜ਼ ਮੁਹੰਮਦ ਮੁਰਤਜ਼ਾ ਦੇ ਕਾਇਮ ਕੀਤੇ ਹੋਏ ਦਰਸੇ ਨਿਜ਼ਾਮੀ ਵਿੱਚ ਤਾਲੀਮ ਮੁਕੰਮਲ ਕੀਤੀ। ਤਾਲੀਮ ਤੋਂ ਫਾਰਗ ਹੋਣ ਦੇ ਬਾਅਦ ਵਾਰਿਸ ਸ਼ਾਹ ਆਪਣੇ ਪਿੰਡ ਵਾਪਸ ਆ ਗਏ ਔਰ ਕੁਝ ਅਰਸਾ ਇੱਥੇ ਕਿਆਮ ਕਰਨ ਦੇ ਬਾਅਦ ਸੈਰੋ ਸਿਆਹਤ ਜਾਂ ਰੋਜ਼ੀ ਰੋਟੀ ਔਰ ਜ਼ਰੀਆ ਮੁਆਸ਼ ਦੀ ਗਰਜ਼ ਨਾਲ ਮੁਖਤਲਫ ਜਗ੍ਹਾ 'ਤੇ ਕਿਆਮ ਕਰਦੇ ਹੋਏ ਜ਼ਿਲ੍ਹਾ ਸਾਹੀਵਾਲ ਦੇ ਕਸਬਾ ਮਲਕਾ ਹਾਂਸ ਪਹੁੰਚੇ। ਮਲਕਾ ਹਾਂਸ ਵਿੱਚ ਹੀ ਆਪ ਨੇ ਇੱਕ ਮਸਜਿਦ ਨੂੰ ਆਪਣਾ ਮਸਕਨ ਬਣਾਇਆ। ਜਿਹੜੀ ਮਸਜਿਦ ਦੇ ਅੰਦਰ ਵਾਰਿਸ ਸ਼ਾਹ ਨੇ ਕਿਆਮ ਕੀਤਾ ਉਹ ਮਸਜਿਦ ਵਾਰਿਸ ਸ਼ਾਹ ਦੇ ਨਾਮ ਨਾਲ ਮਸ਼ਹੂਰ ਹੈ ਔਰ ਅੱਜ ਵੀ ਮੌਜੂਦ ਹੈ। ਆਪ ਨੇ ਆਪਣੀ ਸ਼ੋਹਰਾ ਆਫਾਕ ਕਿਤਾਬ ਕਿੱਸਾ ਹੀਰ ਰਾਂਝਾ ਬਾਉਨਵਾਨ ਹੀਰ ਵਾਰਿਸ ਸ਼ਾਹ ਇਸੀ ਮਸਜਿਦ ਵਿੱਚ ਕਿਆਮ ਦੇ ਦੌਰਾਨ ਮੁਕੰਮਲ ਕੀਤੀ। ਕੁਝ ਅਰਸੇ ਤੋਂ ਬਾਅਦ ਵਾਰਿਸ ਸ਼ਾਹ ਆਪਣੇ ਆਬਾਈ ਪਿੰਡ ਵਾਪਸ ਤਸ਼ਰੀਫ ਲੈ ਆਏ ਔਰ ਇੱਥੇ ਹੀ ਵਫਾਤ ਪਾਈ। ਆਪ ਦਾ ਮਕਬਰਾ ਜੰਡਿਆਲਾ ਸ਼ੇਰ ਖਾਨ ਦੇ ਅੰਦਰ ਵਾਰਿਸ ਸ਼ਾਹ ਕੰਪਲੈਕਸ ਦੇ ਨਾਮ ਨਾਲ ਮੌਜੂਦ ਹੈ, ਜਿੱਥੇ ਯਾਤਰੀ ਰੋਜ਼ਾਨਾ ਸੁਖਨ ਦੇ ਵਾਰਿਸ ਦੇ ਦਰਬਾਰ ਹਾਜ਼ਰੀ ਦਿੰਦੇ ਨੇ। ਵਾਰਿਸ ਸ਼ਾਹ ਦਰਬਾਰ ਤੇ ਹੀਰ ਪੜ੍ਹਨ ਵਾਲੇ ਤੇ ਸੁਣਨ ਵਾਲੇ ਤਕਰੀਬਨ ਹਰ ਵੇਲੇ ਮੌਜੂਦ ਹੁੰਦੇ ਨੇ ਤੇ ਆਪਣੀ ਆਪਣੀ ਆਵਾਜ਼ ਵਿੱਚ ਪੰਜਾਬੀ ਦੇ ਉਸ ਅਜ਼ੀਮ ਸ਼ਾਇਰ ਦੇ ਕਲਾਮ ਨੂੰ ਗਾ ਕੇ ਉਹਨਾਂ ਦੇ ਹਜ਼ੂਰ ਹਰਾਜ ਤਹਿਸੀਨ ਪੇਸ਼ ਕਰਦੇ ਨੇ। ਵਾਰਿਸ ਸ਼ਾਹ ਨੇ ਆਪਣੀ ਕਿਤਾਬ ਹੀਰ ਵਿੱਚ ਚੂੰਕਿ ਹਜ਼ਰਤ ਬਾਬਾ ਫਰੀਦ ਗੰਜ ਸ਼ੱਕਰ ਦੀ ਮਨਕਬਤ ਬਿਆਨ ਕੀਤੀ ਹੈ, ਇਸ ਵਜ੍ਹਾ ਨਾਲ ਅਕਸਰ ਲਿਖਾਰੀਆਂ ਨੇ ਅੰਦਾਜ਼ਾ ਲਾਇਆ ਕਿ ਉਹ ਆਪਣੀ ਅਕੀਦਤ ਦੀ ਬੁਨਿਆਦ 'ਤੇ ਬਾਬਾ ਫਰੀਦ ਗੰਜ ਸ਼ੱਕਰ ਦੇ ਦਰਬਾਰ ਹਾਜ਼ਰੀ ਦੇਣ ਲਈ ਪਾਕਪਤਨ ਜ਼ਰੂਰ ਗਏ ਹੋਣਗੇ। ਕਈਆਂ ਨੇ ਤਾਂ ਇੱਥੇ ਤੱਕ ਵੀ ਕਿਹਾ ਹੈ ਕਿ ਪਾਕਪਤਨ ਵਿੱਚ ਵਾਰਿਸ ਸ਼ਾਹ ਨੇ ਕਿਸੇ ਸਜਾਦਾ ਨਸ਼ੀਨ ਕਿ ਜਿਸ ਦਾ ਨਾਮ ਦੀਵਾਨ ਮੁਹੰਮਦ ਯਾਰ ਦੱਸਿਆ ਜਾਂਦਾ ਹੈ, ਉਹਨਾਂ ਦੇ ਹੱਥ 'ਤੇ ਬੈਤ ਵੀ ਕੀਤੀ ਸੀ। ਪਰ ਇਹ ਸਭ ਗੱਲਾਂ ਇੱਕ ਕਿਆਫੇ ਦੀ ਹਸੀਅਤ ਰੱਖਦੀਆਂ ਨੇ, ਕਿਉਂਕਿ ਉਹਨਾਂ ਦਾ ਕੋਈ ਮੁਸਤਨਦ ਸਬੂਤ ਔਰ ਹਵਾਲਾ ਨਹੀਂ ਮਿਲਦਾ। ਭਾਗ ਭਰੀ। ਸੈयद ਵਾਰਿਸ ਸ਼ਾਹ ਨੇ ਆਪਣੀ ਕਿਤਾਬ ਹੀਰ ਵਾਰਿਸ ਸ਼ਾਹ ਦੇ ਅੰਦਰ ਕਈ ਜਗ੍ਹਾ 'ਤੇ ਭਾਗ ਭਰੀ ਦਾ ਲਫ਼ਜ਼ ਇਸਤੇਮਾਲ ਕੀਤਾ ਹੈ, ਜਿਸ ਦੇ ਮਾਣੀ ਭਾਗਾਂ ਵਾਲੀ ਜਾਂ ਖੁਸ਼ਕਿਸਮਤ ਦੇ ਨੇ। ਇਹ ਕਲਮਾ ਪੰਜਾਬ ਦੀ ਰਹਿਤਲ ਵਿੱਚ ਔਰਤਾਂ ਔਰ ਬੱਚੀਆਂ ਲਈ ਅਮੂਮੀ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਗਾਲਿਬਨ ਸਭ ਤੋਂ ਪਹਿਲਾਂ ਪੀਰਾਂ ਦੀ ਤਾਤਰੀਗੜ੍ਹ ਨੇ ਹੀਰ ਵਾਰਿਸ ਸ਼ਾਹ ਦੇ ਇਸਤੇਮਾਲ ਹੋਏ ਲਫ਼ਜ਼ ਭਾਗ ਭਰੀ ਨੂੰ
ਵਾਰਿਸ ਸ਼ਾਹ ਦੀ ਮਹਿਬੂਬਾ ਦਾ ਨਾਮ ਕਰਾਰ ਦਿੱਤਾ। ਉਸ ਤੋਂ ਬਾਅਦ ਵਾਰਿਸ ਸ਼ਾਹ ਦੇ ਸਵਾਨੇ ਨਗਾਰਾਂ ਨੇ ਭਾਗ ਭਰੀ ਨੂੰ ਗੋਸ਼ਤ ਪੋਸਤ ਦੀ ਇੱਕ ਦੁਸ਼ੀਜ਼ਾ ਬਣਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਸੈਯਦ ਵਾਰਿਸ ਸ਼ਾਹ ਵਾਕਈ ਭਾਗ ਭਰੀ ਨਾਮੀ ਔਰਤ ਦੇ ਆਸ਼ਿਕ ਸਨ। ਕਿਸੇ ਨੇ ਉਹਨੂੰ ਜੱਟੀ, ਕਿਸੇ ਨੇ ਦਾਈ, ਮਾਛਣ, ਕਿਸੇ ਨੇ ਲੋਹਾਰਨ ਤੇ ਕਿਸੇ ਨੇ ਬਲੋਚਣੀ ਕਰਾਰ ਦਿੱਤਾ। ਮੁਹੰਮਦ ਅਲੀ ਫਰੀਦੀ ਨੇ ਉਸ ਦਾ ਨਾਮ ਭਾਗਵੰਤੀ ਲਿਖਦੇ ਹੋਏ ਦੱਸਿਆ ਏ ਭਈ ਉਹ ਇੱਕ ਹਿੰਦੂ ਦੀ ਧੀ ਸੀ ਜੋ ਟੱਕੂ ਕੌਮ ਨਾਲ ਤਲਕ ਰੱਖਦਾ ਸੀ। ਮੌਜੂਦਾ ਦੌਰ ਵਿੱਚ ਇਸ ਜ਼ਿਮਨ ਵਿੱਚ ਲੇਖਕ ਦੋ ਗਰੋਹਾਂ ਵਿੱਚ ਤਕਸੀਮ ਨੇ। ਇੱਕ ਗਰੋਹ ਭਾਗ ਭਰੀ ਨੂੰ ਸਿਰਫ ਇੱਕ ਦੁਆਈਆ ਕਲਮਾ ਯਾਨੀ ਭਾਗਾਂ ਵਾਲੀ ਜਾਂ ਖੁਸ਼ਕਿਸਮਤ ਸਮਝਦਾ ਏ ਤੇ ਦੂਜਾ ਉਹਨੂੰ ਵਾਰਿਸ ਸ਼ਾਹ ਦੀ ਮਾਸ਼ੂਕਾ ਕਰਾਰ ਦਿੰਦਾ ਏ। ਹੀਰ ਵਾਰਿਸ ਸ਼ਾਹ। ਕਿੱਸਾ ਹੀਰ ਸੈਯਦ ਵਾਰਿਸ ਸ਼ਾਹ ਦੀ ਤਬਾਜ਼ਾਤ ਤਖਲੀਕ ਨਹੀਂ। ਉਹਨਾਂ ਤੋਂ ਪਹਿਲਾਂ ਇਹ ਕਿੱਸਾ ਕਈ ਜ਼ਬਾਨਾਂ ਵਿੱਚ ਨਜ਼ਮ ਜਾਂ ਨਸਰ ਦੀ ਸ਼ਕਲ ਵਿੱਚ ਲਿਖਿਆ ਜਾ ਚੁੱਕਿਆ ਸੀ। ਹੀਰ ਰਾਂਝਾ ਦੀ ਦਾਸਤਾਨ ਸਭ ਤੋਂ ਪਹਿਲਾਂ ਫਾਰਸੀ ਜ਼ਬਾਨ ਵਿੱਚ ਮੰਜ਼ੂਮ ਕੀਤੀ ਗਈ। ਇਹ ਕਿੱਸਾ ਲਿਖਣ ਵਾਲਿਆਂ 'ਚ ਬਾਕੀ ਕੁਲਾਬੀ, ਮੀਤਾ ਚਨਾਬੀ, ਅਲੀ ਬੇਗ, ਫਕੀਰੁੱਲਾ ਅਫਰੀਨ, ਨਵਾਬ ਅਹਿਮਦ ਯਾਰ ਖਾਨ ਗੋਰਗਾਨੀ, ਲਾਇਕ ਜਾਨਪੁਰੀ, ਮਨਸਾ ਰਾਮ ਖੁਸ਼ਾਬੀ और सुंदरदास आराम के नाम काबिल जिक्र ने। किस्सा हीर रांझा पंजाबी जबान सब तो पहला दौरे अकबरी के शायर दमोदर दास दमोदर ने मंजूम किया। उस तो बाद मियाँ चिरागवान, अहमद गुजर और शाहजहान मुकबल ने भी एक किस्सा नज़म किया। सैयद वारिस शाह ने खुद भी किस्से के आगाज़ इस तरफ इशारा किया है। यारां सानू आण सवाल कीता, इश्क हीर दा नवां बनाईए जी। इस प्रेम दी झोंक दा सब किस्सा ढब सोहणे नाल सुनाईए जी। लेकिन यह एक हकीकत है कि जो पजीराई और मकबूलियत वारिस शाह दे हिस्से च आई वो ऐस तो पहलां लिखे गए किस्सियां नूं नहीं मिली। यह कहना बिल्कुल बजा है कि हुण हीर रांझा का जद भी किधरे जिक्र किया जाता है सिर्फ वारिस शाह ही ज़हन च आउंदे ने। यह भी एक हकीकत है कि वारिस शाह दुनिया अदब विच एक आला मकाम रखते हैं और उन्हां दी तसनीफ हीर एक गैर फानी शाहकार और आलमी सतह का अदब पारा है। इसी बना ते उन्हां नूं पंजाबी ज़बान का शैक्सपीयर और कीट्स मन्निया जाता है ते उन्हां नूं शेर दा पैगंबर, सुखन दा वारिस, महाकवि, वली अल्लाह, आरफ बिल्ला और अजीम फनकार जैसे अलकाब नाल याद किया जाता है। इस ज़िम्मन विच एक वाक़या नकल करना ज़रूरी है। जदों वारिस शाह के उस्ताद मोहतरम हाफिज़ गुलाम मुर्तज़ा साहब नूं किस्सा हीर रांझा के मुतलक मालूम होया तो वह बहुत नाराज़ होए और कहन लगे कि मैनू दो शागिर्द बहुत अजीब मिले ने। एक बुल्ले शाह जिन्हें इलम पढ़ के सरंगी फड़ लई ते दूजा वारिस शाह जिहड़ा आलम हो के हीर रांझा के गीत गाउण लग गया। वारिस शाह ने उस्ताद की गल ते खामोशी इख्तियार की रखी ते हाफिज़ साहब ने अपने मुरीदां नूं हुक्म दिता कि इनू एक हुजरे के अंदर बंद कर दिओ। दूसरे दिन वारिस शाह नूं हुजरे तो बाहर कढ़वाया ते किताब पढ़न का हुक्म दिता। जदों वारिस शाह ने कलाम पढ़ना शुरू किया तो मौलाना की कैफियत अजीब हो गई। कलाम सुनने तो बाद फरमाउण लगे, वारसा तू ते सारे हीरे जवाहरात मुंज दी रसी च परो दिते ने। यह पहला फिकरा सी जो इस किताब की कदर मंजिलत नूं ज़ाहिर करता है। हीर दे मतन बारे मुहक्किकीन च हमेशा तो इख्तलाफ रहा है और हीर दा कोई भी नुस्खा मुकम्मल तौर पर इलहाकी शेरां तो पाक नहीं मन्निया जाता। बहरहाल असी कोशिश करांगे कि हीर दे तहकीकी एडिशनां नूं सामने रखते हुए दुरुस्त तरीन मतन ही पेश किया जाए और जिथे ज़रूरत महसूस होवे इख्तलाफी अल्फाज दर्ज कर दिते जाण।
ਆਖਰ ਤੇ ਬਸ ਇਹੀ ਕਹਿਣਾ ਹੈ ਕਿ ਜਿਸ ਜ਼ਬਾਨ ਵਿੱਚ ਵਾਰਿਸ ਸ਼ਾਹ ਦੀ ਹੀਰ ਵਰਗੀ ਕਿਤਾਬ ਮੌਜੂਦ ਹੈ ਉਹ ਸਦਾ ਹੀ ਜ਼ਿੰਦਾ ਰਹੇਗੀ। ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨਹੀਂ।